ਹੁਣ मैं बेनती करदा सरदार गुरबचन सिंह जी बज्जी जिला प्रधान ਤੁਹਾਡੇ रूबरू होणगे सरदार गुरबचन सिंह जी बज्जी। बहुत ही पवित्र ते गुरुआं दी चरण छोह धरती ते बैठे खालसा पंथ पंजाब पंथ के महान सेवादार तुहानू सारिਆਂ ਨੂੰ अपने परिवार की तरह प्यार करने वाले सरदार सुखदेव सिंह जी ढींडसा साहब प्रधान श्रोमणी अकाली दल डेमोक्रेटिक जिले के सारे सीनियर आगू साहिबान पंडाल में पंथ के ग्रंथ को प्यार करने वाली समूह साध संगत सब तो पहला प्रेम ते निमरता का सबूत देते हुए सारे अपने भले लिए पंथ की चढ़ती कला की फतेह की सांझ पाओ। वाहिगुरू जी का खालसा वाहिगुरू जी की फतेह। आप सारिया ने समुची कायनात के गुरु शब्द गुरु दसे पातशाहियों की जोत साहिब श्री गुरु ग्रंथ साहब महाराज जी के चरणों में इकट्ठे होके धरती माता दे जाए किसान मुलाजम किसान मजदूर किरती जिहड़े बहुत लंबे समय तो दिल्ली लड़ाई लड़ रहे हैं किसान मोर्चे की चढ़ती कला लई ते श्रोमणी अकाली दल डेमोक्रेटिक की जथेबंदी नूं मजबूत करने के लिए आशीर्वाद लिया। भरावो किसानी संघर्ष अज सारे दुनिया का विश्व अंदोलन बन चुके हैं। इतिहास में लिखा जाएगा, बड़िया किताबां लिखिया जाएगियां। अज भी बहुत बड़े बुद्धिजीवी लिखारी उत्थे बैठ के इस मोर्चे की सफलता लई किताबां लिख रहे हैं। ये इतिहास ने किसी को माफ नहीं करना। ये जोड़ा किसान मोर्चा ये तीन पार्टियां जिम्मेवार ने। भारतीय जनता पार्टी जिसने बहुत ही डिक्टेटरशिप के तौर पर नरेंद्र मोदी ने बिना किसी भी राय तो कुछ कारपोरेट घराणियां फायदा बचाने लिए साहिब श्री गुरु नानक देव महाराज जी का जो सच्ची किरत का उत्तम खेती का धरती माता का किरत सी सच्ची किरत उसनूं कुछ कारपोरेट घराणियां के हत्थों में तीनों काले कानून बना के जिस तरह एक हिंदुस्तान की दुनिया के एक लोकतंत्र कदर कीमतों ढा लाई है। मैं महसूस करना कि दुनिया की खरकत है जी खरकत वो एक पासे आ सारी ते एक नरेंद्र मोदी का डिक्टेटरशिप रवैया ते उन्होंने पार्टी एक पासे साबंदी हो चुकी है सारे हिंदुस्तान के विच। इसलिए दो पार्टियां वो जिम्मेवार ने। एक पार्टी आ जिहड़े परिवार का आपां नाम लैंदे आ बादल परिवार, ढींडसा साहब की कोई जाति निजी लड़ाई नहीं है उस परिवार के नाल। जिहड़े किसानों की मां पार्टी
ਕਿਸਾਨਾਂ ਦੇ ਸਿਰ ਤੇ, ਸ਼ਹੀਦਾਂ ਦੀ ਜਥੇਬੰਦੀ ਦੇ ਸਿਰ ਤੇ ਇੰਨਾ ਲੰਮਾ ਸਮਾਂ ਰਾਜ ਕਰਕੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ, ਕਿਉਂਕਿ ਇੰਡੀਆ ਦੇ ਵਿੱਚ ਉਹ ਹਿੱਸੇਦਾਰ ਸੀ। ਉਹਨਾਂ ਨੇ ਉਸ ਦਾ ਵਿਰੋਧ ਕਰਨ ਦੀ ਬਜਾਏ ਕਿਸਾਨ ਬਿੱਲਾਂ ਦੀ ਹਮਾਇਤ ਕਰਕੇ ਇਹ ਗਲਤੀ ਨਹੀਂ ਕੀਤੀ ਉਹ ਭਰਾਓ, ਇਹ ਗੁਨਾਹ ਕੀਤਾ, ਇਹ ਗਦਾਰੀ ਕੀਤੀ ਹੈ। ਇਤਿਹਾਸ ਨੇ ਮਾਫ ਨਹੀਂ ਕਰਨਾ, ਇਤਿਹਾਸ ਵਿੱਚ ਲਿਖਿਆ ਜਾਣਾ। ਇਸ ਲਈ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਉਹਦਾ ਮੈਂਬਰ ਸੀ, ਉਸ ਨੇ ਵੀ ਉਹਦੀ ਕੋਈ ਪੈਰਵੀ ਨਹੀਂ ਕੀਤੀ। ਇਸ ਲਈ ਭਰਾਓ, ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ ਜੋ ਬੀੜਾ ਚੁੱਕਿਆ, ਜੋ ਸਿਧਾਂਤਾਂ ਦੀ ਲੜਾਈ ਆ, ਉਹ ਤੁਹਾਡੇ ਸਾਹਮਣੇ ਆ ਕਿ ਸ਼੍ਰੋਮਣੀ ਅਕਾਲੀ ਦਲ ਮਹਾਨ ਯੋਧਿਆਂ ਦੀ, ਮਹਾਨ ਸੇਵਾਦਾਰਾਂ ਦੀ ਸ਼ਹੀਦੀਆਂ ਦੇ ਕੇ, ਘਰੋਂ ਬੇਘਰ ਹੋ ਕੇ, ਜੇਲ੍ਹਾਂ ਵਿੱਚ ਜਾ ਕੇ, ਜਿਹੜੀ ਖਾਲਸਾ ਪੰਥ ਦੀ ਮਹਾਨ ਜਥੇਬੰਦੀ ਸੀ, ਜਿਹਦੇ ਦੁਨੀਆ ਦੇ ਲੋਕ ਮਾਣ ਕਰਦੇ ਸੀ, ਉਹ ਬਾਦਲ ਪਰਿਵਾਰ ਨੇ ਆਪਦੇ ਪੁੱਤਰ ਮੋਹ ਕਰਕੇ, ਆਪਣੀ ਲਾਲਚੀ ਬਿਰਤੀ ਕਰਕੇ ਉਸ ਪਾਰਟੀ ਦੇ ਸਿਧਾਂਤ ਨੂੰ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸੰਗਤੀ ਸਿਧਾਂਤ ਸੀ, ਸੰਗਤੀ ਸਿਧਾਂਤ, ਪੰਜੇ ਪਿਆਰਿਆਂ ਤੋਂ ਪਹਿਲਾਂ ਉਹਨਾਂ ਨੂੰ ਅੰਮ੍ਰਿਤ ਛਕਾਇਆ, ਫਿਰ ਆਪ ਛਕਿਆ। ਉਹ ਬਾਦਲ ਪਰਿਵਾਰ ਨੇ ਲੋਕਤੰਤਰ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਨਾਲ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਆ ਸੀ, ਉਸ ਪਾਰਟੀ ਵਿੱਚ ਉਸ ਨੂੰ ਖਤਮ ਕਰ ਦਿੱਤਾ। ਵੱਡੇ ਵੱਡੇ ਪੰਥਕ ਨੂੰ ਢਾਹ ਲਾਉਣ ਵਾਲੇ ਫੈਸਲੇ ਕੀਤੇ। ਸਮੁੱਚੀ ਕਾਇਨਾਤ ਦੇ ਗੁਰੂ, ਆਦਿ ਗੁਰੂ, ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਜਿਉਂਦੇ ਗੁਰੂ ਦੇ ਅੰਗ ਪਾੜ ਕੇ ਜਿਹੜੇ ਲੋਕਾਂ ਨੇ ਗਲੀਆਂ ਵਿੱਚ ਸਿੱਟੇ, ਉਹਨਾਂ ਨੂੰ ਸਕੌਟ ਜਿਪਸੀਆਂ ਦਿੱਤੀਆਂ ਗਈਆਂ ਸੁਖਬੀਰ ਬਾਦਲ ਵੱਲੋਂ, ਉਹਨਾਂ ਨੂੰ ਗਨਮੈਨ ਦਿੱਤੇ ਗਏ। ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰਨ ਵਾਲੇ ਸਿੰਘਾਂ ਦੇ ਉੱਤੇ, ਨੌਜਵਾਨਾਂ ਤੇ ਗੋਲੀਆਂ ਚਲਾਈਆਂ ਗਈਆਂ। ਅਕਾਲ ਤਖਤ ਦੇ ਜਥੇਦਾਰਾਂ ਨੂੰ ਨੌਕਰਾਂ ਦੀ ਤਰ੍ਹਾਂ ਸੇਵਾਦਾਰ ਬਣਾ ਕੇ ਆਪਦੀ ਕੋਠੀ ਵਿੱਚ ਬੁਲਾ ਕੇ ਹੁਕਮਨਾਮੇ ਜਾਰੀ ਕੀਤੇ ਗਏ। ਇਹੋ ਜਿਹੇ ਸ਼੍ਰੋਮਣੀ ਕਮੇਟੀ ਨੂੰ ਤੁਹਾਡੇ ਸਾਹਮਣੇ ਦੱਸ ਕੇ ਗਏ ਨੇ ਕਿ ਕਿਸ ਤਰ੍ਹਾਂ ਬਾਦਲ ਪਰਿਵਾਰ ਨੇ ਆ ਪੀਟੀਸੀ ਚੈਨਲ ਚੱਲਦਾ ਕੱਲਾ, ਐਗਰੀਮੈਂਟ ਇੱਕ ਚੈਨਲ ਦਾ ਹੋਇਆ, ਭਰਾ 4 ਚੈਨਲ ਚੱਲਦੇ ਨੇ, 4 ਚੈਨਲ। 15 ਕਰੋੜ ਰੁਪਏ ਦਾ ਟੈਂਟਾ ਜਿਹੜਾ ਸੁਲਤਾਨਪੁਰ ਰੋਡ ਦੀ ਸ਼੍ਰੋਮਣੀ ਕਮੇਟੀ ਦਾ ਸੁਖਬੀਰ ਬਾਦਲ ਦੇ ਠੇਕੇਦਾਰਾਂ ਨੂੰ ਮਿਲਿਆ, 15 ਕਰੋੜ ਰੁਪਏ ਦਾ। ਔਰ ਜਿਹੜਾ ਉਹ ਕੋਹਲੀ ਹੈ, ਤੁਸੀਂ ਪਿੱਛੇ ਜਿਹਦੇ ਵੱਲ 2 ਕਰੋੜ ਰੁਪਈਆ ਕੱਢਿਆ ਗਿਆ, ਉਹ 2 ਕਰੋੜ ਰੁਪਈਆ ਦੇ ਨੋਟਿਸ ਨੂੰ ਕੱਢ ਦਿੱਤੇ। ਉਹ ਸਾਰੀਆਂ ਕੰਪਨੀਆਂ ਦਾ ਜਿਹੜਾ ਆਡਿਟ ਕਰਦਾ ਸੁਖਬੀਰ ਬਾਦਲ ਦਾ, ਹੋਟਲਾਂ ਦਾ, ਟਰਾਂਸਪੋਰਟ ਦਾ, ਉਹਦਾ ਵੀ ਕੋਹਲੀ ਆ, ਜਿਹਨੂੰ 2.5 ਕਰੋੜ ਰੁਪਈਆ ਤਨਖਾਹ ਸ਼੍ਰੋਮਣੀ ਕਮੇਟੀ ਵਿੱਚੋਂ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਦਾ ਉਹ ਪਰਿਵਾਰ ਨੇ ਖਾਲਸਾ ਪੰਥ ਦੀ ਆਤਮਾ ਨੂੰ, ਸਾਡੀਆਂ ਨੀਹਾਂ ਨੂੰ, ਜਿਨ੍ਹਾਂ ਦੇ ਸਿਰ ਤੇ ਅਸੀਂ ਜਿਉਂਦੇ ਸੀ, ਜਿਨ੍ਹਾਂ ਕਰਕੇ ਅਸੀਂ ਸਾਹ ਲੈ ਰਹੇ ਹਾਂ, ਜਿਹੜੇ ਗੁਰੂ ਨਾਨਕ ਨਾਮ ਲੈਵਾ ਸੰਗਤ 2 ਤੋਂ 5 ਵਜੇ ਤੱਕ ਉੱਠ ਕੇ, ਜਿਨ੍ਹਾਂ ਨੇ ਕੋਈ ਚੇਅਰਮੈਨ ਹੀ ਨਹੀਂ ਲੈਣੀ, ਜਿਨ੍ਹਾਂ ਨੇ ਕੋਈ ਮੈਂਬਰ ਹੀ ਨਹੀਂ ਲੈਣੀ, ਜਿਹੜੇ ਇਕੱਠੇ ਹੋ ਕੇ ਕਹਿੰਦੇ ਸੀ ਫੇਰ ਵੀ ਕੋਈ ਸ਼੍ਰੋਮਣੀ ਅਕਾਲੀ ਦਲ ਆਪਣਾ ਪੰਥ ਆਪਣਾ, ਉਹ ਵੋਟਾਂ ਪਾਈਏ। ਅੱਜ ਗੁਰੂ ਨਾਨਕ ਨਾਮ ਲੈਵਾ, ਅੱਜ ਸਿੱਖ ਸੰਗਤਾਂ ਸਾਰੀਆਂ ਵੱਡੇ ਪੱਧਰ ਤੇ ਵੱਡੇ ਆਗੂ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ, ਬਾਦਲ ਪਰਿਵਾਰ ਆਪਣੀ ਹੋਂਦ ਦੀ ਲੜਾਈ ਲੜ ਰਿਹਾ। ਧਿਆਨ ਨਾਲ ਸੁਣਿਓ, ਬਾਦਲ ਪਰਿਵਾਰ ਆਪਣੇ ਆਪ ਨੂੰ ਬਚਾਉਣ ਦੀ ਲੜਾਈ ਲੜ ਰਿਹਾ। ਸਰਦਾਰ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਨੂੰ ਬਚਾਉਣ ਦੀ ਲੜਾਈ ਲੜ ਰਹੇ ਨੇ। ਇਹ ਸਿਧਾਂਤਕ ਲੜਾਈ ਹੈ। ਉਹਨਾਂ ਦੇ ਵਜੂਦ ਨੂੰ, ਆਪਣੀ ਹੋਂਦ ਨੂੰ ਬਚਾਉਣ ਦੀ ਲੜਾਈ ਲੜ ਰਹੇ ਨੇ। ਜੋ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਦਾ ਜੀਵਨ ਹੈ ਤੁਹਾਡੇ ਸਾਹਮਣੇ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਨੇ ਆਪਣੇ ਜੀਵਨ ਸਫ਼ਰ ਦੇ ਵਿੱਚ
ਇੱਕ ਸਿਧਾਂਤਕ ਤੌਰ ਤੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਨੂੰ ਰੱਖਦੇ ਹੋਏ ਇੱਕ ਜਿਹੜਾ ਚੰਗਾ ਜੀਵਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦੱਸਿਆ ਗਿਆ ਉੱਤੇ ਚੱਲਦੇ ਹੋਏ ਆਪਣਾ ਜੀਵਨ ਬਤੀਤ ਕੀਤਾ ਔਰ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤਾਂ ਨੂੰ ਮਜ਼ਬੂਤ ਕਰਨ ਦੇ ਲਈ ਲੰਮੀਆਂ ਜੇਲ੍ਹਾਂ ਕੱਟੀਆਂ ਹਮੇਸ਼ਾ ਪਾਰਟੀ ਵਿੱਚ ਰਹਿ ਕੇ ਇੱਕ ਸਿਧਾਂਤਕ ਸੋਚ ਦੇ ਉੱਤੇ ਜਿਸ ਸੋਚ ਦੇ ਨਾਲ ਅਕਾਲੀ ਦਲ ਮਜ਼ਬੂਤ ਹੋ ਸਕਦਾ ਸੀ ਉਹ ਰਾਇਆਂ ਦਿੱਤੀਆਂ ਪਰੰਤੂ ਜਦੋਂ ਉਹਨਾਂ ਦੀ ਨਾ ਸੁਣੀ ਗਈ ਆਪਾਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਰੂਰ ਕੱਟ ਕਰਕੇ ਵੱਡੇ ਪੱਧਰ ਤੇ ਢੀਂਡਸਾ ਸਾਹਿਬ ਨੂੰ ਵੱਡੇ ਪੱਧਰ ਤੇ ਵਿਸ਼ਵਾਸ ਦਿਵਾਇਆ ਸਮੁੱਚੇ ਦੁਨੀਆ ਦੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੇ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੇ ਕਿ ਢੀਂਡਸਾ ਸਾਹਿਬ ਇਤਿਹਾਸ ਨੇ ਤੁਸੀਂ ਤਗੜੇ ਹੋ ਤੁਹਾਨੂੰ ਸੰਗਤ ਪਿਆਰ ਕਰਦੀ ਆ ਤੁਸੀਂ ਝੰਡਾ ਚੱਕੋ ਔਰ ਇਹਨਾਂ ਨੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਸਿੰਘ ਸਾਹਿਬ ਰਣਜੀਤ ਸਿੰਘ MP ਸਾਬਕਾ MLA ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਨੂੰ ਕਰੋਨਾ ਕਰਕੇ ਕਿਸਾਨ ਮੋਰਚੇ ਕਰਕੇ ਫਿਰ ਵੀ ਵੱਡੇ ਪੱਧਰ ਤੇ ਅੱਜ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਮਜ਼ਬੂਤ ਹੋ ਕੇ ਇੱਕ ਵੱਡੀ ਧਿਰ ਦੇ ਤੌਰ ਤੇ ਜਿਹੜੀ ਨਵੀਂ ਸੋਚ 2022 ਦੀਆਂ ਚੋਣਾਂ ਵਿੱਚ ਨਵਾਂ ਇਨਕਲਾਬ ਇੱਕ ਨਵੇਂ ਪੰਜਾਬ ਦੀ ਸਿਰਜਣਾ ਇੱਕ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਬਾਦਲ ਅਕਾਲੀ ਦਲ ਕਾਂਗਰਸ ਲੁਟੇਰਿਆਂ ਦੀ ਜਮਾਤ ਹੈ ਆ ਪ੍ਰਸ਼ਾਂਤ ਕਿਸ਼ੋਰ ਜਿਹਨੇ ਗੁਟਕਾ ਫੜਾਇਆ ਸੀ ਮਰਿੰਦਰ ਦੇ ਹੱਥ ਵਿੱਚ ਉਹ ਪੰਜਾਬੀ ਉਹ ਤੁਹਾਡੀ ਅੱਖ ਨੂੰ ਵਗਾਰ ਹੈ ਉਹਨੂੰ ਚੈਲੰਜ ਹੈ ਕਿ ਦੁਆਰੇ ਉਸ ਨੂੰ ਮਰਿੰਦਰ ਨੇ ਫੇਰ ਦਵਾਈਆਂ ਲਾ ਲਿਆ ਸਾਰੇ ਵਾਅਦੇ ਕਰਕੇ ਮੁੱਕਰ ਗਿਆ ਗੁਟਕੇ ਤੇ ਹੱਥ ਰੱਖ ਕੇ ਮੁੱਕਰ ਗਿਆ ਦੋਏ ਪਰਵਾਹ ਲੜੇ ਹੋਏ ਨੇ ਆ ਇੱਕ ਗੱਲ ਮੈਂ ਕਹਿ ਕੇ ਆਪਣੀ ਬੇਨਤੀ ਸਮਾਪਤ ਕਰਾਂਗਾ ਪਿੱਛੇ ਜੇ ਢੀਂਡਸਾ ਸਾਹਿਬ ਆ ਹੁਣ ਜਦੋਂ ਬਾਦਲ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੁਣ ਕਹਿੰਦਾ ਪਿੰਡਾਂ ਵਿੱਚ ਇਹਨਾਂ ਦੇ ਆਗੂ ਪੰਜਾਬ ਵਿੱਚ ਇੱਕ ਪ੍ਰਚਾਰ ਕਰ ਰਹੇ ਨੇ ਕਿ ਢੀਂਡਸਾ ਸਾਹਿਬ ਅਕਾਲੀ ਦਲ ਢੀਂਡਸਾ ਸਾਹਿਬ ਨਾਲ ਸਾਡਾ ਸਮਝੌਤਾ ਹੋ ਰਿਹਾ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਲੋਕ ਸਾਥ ਛੱਡ ਗਏ ਤੁਸੀਂ ਤਾਂ ਭੋਗ ਪਾ ਗਏ ਸੀ ਸੰਗਰੂਰ ਢੀਂਡਸਾ ਸਾਹਿਬ ਦਾ ਹੁਣ ਤੁਹਾਡੀ ਕੋਈ ਆਤਮਾ ਹੈ ਕਿਹੜਾ ਪ੍ਰਚਾਰ ਕਰਦੇ ਹੋ ਲਾਲਚੀ ਹੋ ਝੂਠੇ ਹੋ ਖੁਦਗਰਜ਼ ਹੋ ਇਸ ਲਈ ਇਹ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਸਿਧਾਂਤਕ ਤੌਰ ਤੇ ਜੋ ਢੀਂਡਸਾ ਸਾਹਿਬ ਨੇ ਫੈਸਲਾ ਲਿਆ ਇਹ ਕੋਈ ਢੀਂਡਸਾ ਸਾਹਿਬ ਦਾ ਨਿੱਜੀ ਫੈਸਲਾ ਨਹੀਂ ਇਹ ਗੁਰੂ ਦੇ ਸਿਧਾਂਤ ਦਾ ਫੈਸਲਾ ਹੈ ਇਸ ਲਈ ਮੇਰੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਨਾ ਗਲਤ ਫਹਿਮੀਆਂ ਵਿੱਚ ਨਾ ਆਉਂਦੇ ਹੋਏ ਇਸ ਕੂੜ ਪ੍ਰਚਾਰ ਦੇ ਵਿੱਚ ਨਾ ਆਉਂਦੇ ਹੋਏ ਮੈਂ ਧੰਨਵਾਦੀ ਹਾਂ ਸੰਗਰੂਰ ਜ਼ਿਲ੍ਹੇ ਦੀ ਸਾਰੀ ਸੀਨੀਅਰ ਲੀਡਰਸ਼ਿਪ ਦਾ ਢੀਂਡਸਾ ਸਾਹਿਬ ਤੁਹਾਡਾ ਧੰਨਵਾਦ ਹੈ ਤੁਸੀਂ ਮੈਨੂੰ ਜ਼ਿਲ੍ਹੇ ਦੀ ਜ਼ਿੰਮੇਵਾਰੀ ਦਿੱਤੀ ਹੈ ਸੇਵਾ ਦਾ ਮੌਕਾ ਦਿੱਤਾ ਹੈ ਅੱਜ ਤੋਂ 31 ਸਾਲ ਪਹਿਲਾਂ ਮੈਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਸੀ ਤੁਸੀਂ ਸਾਰੇ ਬੈਠੇ ਹੋ ਉਦੋਂ ਬਰਨਾਲੇ ਨੇ ਅਕਾਲ ਤਖਤ ਤੇ ਆਪਣਾ ਪੁਲਿਸ ਭੇਜੀ ਸੀ ਉਸ ਮੌਕੇ ਮੈਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਸੀ ਤੇ ਉਸੇ ਸਿਧਾਂਤ ਨੂੰ ਹੁਣ ਬਾਦਲ ਨੇ ਉਸੇ ਸਿਧਾਂਤ ਦੀ ਅਕਾਲ ਤਖਤ ਦੀ ਲੜਾਈ ਆ ਤੁਸੀਂ ਮੇਰੇ ਸਿਰ ਤੇ ਹੱਥ ਰੱਖਿਆ ਸੀਨੀਅਰ ਲੀਡਰਸ਼ਿਪ ਆਗੂ ਸਾਹਿਬਾਨਾਂ ਦੇ ਰਾਏ ਦੇ ਨਾਲ ਮੈਨੂੰ ਸੇਵਾ ਬਖਸ਼ੀ ਹੈ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਕਾਤਾ ਅਕਾਲ ਪੁਰਖ ਹੈ ਹੁਕਮ ਉਹਦੇ ਵਿੱਚ ਹੈ ਜਿੰਨਾ ਕਿ ਸਤਿਗੁਰਾਂ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਬੁੱਧੀ ਬਖਸ਼ ਕੇ ਮੈਨੂੰ ਆਪਣੇ ਰਾਜਨੀਤਿਕ ਸਫ਼ਰ ਦੇ ਵਿੱਚ ਮੈਂ ਆਪਣੀ ਇੱਕੋ ਬੇਨਤੀ ਸਾਂਝ ਸਮਾਪਤ ਕਰਨੀ ਚਾਹੁੰਦਾ ਉਹ ਗੱਲ ਕਹਿ ਕੇ ਮੇਰੀ ਜਜ਼ਬਾਤੀ ਗੱਲ ਹੈ ਢੀਂਡਸਾ ਸਾਹਿਬ ਕਿ ਜਦੋਂ ਮੈਂ ਪਹਿਲਾ ਗੁਰਦੁਆਰਾ ਨੌਵੀਂ ਪਾਤਸ਼ਾਹੀ ਭਵਾਨੀਗੜ੍ਹ ਦੀ ਸੰਗਤ ਬੈਠੀ ਹੈ ਭਵਾਨੀਗੜ੍ਹ ਉਸ ਟਾਈਮ ਅਕਾਲੀ ਦਲ ਦਾ ਦਿਲ ਸੀ ਜਗੀਰ ਸਿੰਘ ਫੱਗੂਵਾਲਾ ਕਿ ਵੱਡੇ ਆਗੂ ਸਾਡੇ ਉੱਥੋਂ ਰਜਵਾੜਾ ਸਾਈ ਦੇ ਖਿਲਾਫ ਇੱਕ ਸੰਘਰਸ਼ ਕਰਦੇ ਸੀ ਜਦੋਂ ਮੈਂ ਪਹਿਲਾ ਧਰਮ ਯੁੱਧ ਮੋਰਚੇ ਵਿੱਚ ਸੰਤ ਜੀ ਤੋਂ ਟਾਈਮ ਲੈ ਕੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ ਇੰਦਰਜੀਤ ਸਿੰਘ ਬੈਠੇ ਨੇ ਮੈਂ ਭਵਾਨੀਗੜ੍ਹ
ਗੁਰੂ ਘਰ ਤੋਂ ਆਸ਼ੀਰਵਾਦ ਲੈ ਕੇ ਆਪਣੀ ਰਾਜਨੀਤਿਕ ਸਫ਼ਰ ਸ਼ੁਰੂ ਕੀਤਾ ਸੀ। ਉਸ ਮੋਰਚੇ ਵਿੱਚ ਮੈਂ ਉਹਨਾਂ ਦਾ, ਉਸ ਜਥੇ ਵਿੱਚ ਮੈਂ ਉਹਨਾਂ ਦਾ ਯਾਦ ਕਰ ਰਿਹਾ ਸੀ। ਜਥੇਦਾਰ ਜੋਗਿੰਦਰ ਸਿੰਘ ਪਾਲਟ ਕਲਾਂ, ਜਥੇਦਾਰ ਗੁਰਦੇਵ ਸਿੰਘ ਪਾਲਟ ਕਲਾਂ, ਗੁਰਦੇਵ ਸਿੰਘ ਪਵਰ, ਪ੍ਰੇਮ ਸਿੰਘ ਮੈਸਮਪੁਰ, ਜਗੀਰ ਸਿੰਘ ਘਰਾਚੋਂ। ਮੈਂ ਤਾਂ ਲੈ ਗਈ ਸੀ, ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ। ਮੈਂ ਗੱਡੀ ਵਿੱਚ ਜਦੋਂ ਬੈਠਾ ਸੀ ਕਿ ਮੇਰੇ ਜਥੇ ਵਿੱਚ ਮੈਨੂੰ ਆਸ਼ੀਰਵਾਦ ਦੇਣ ਲਈ ਵੀ ਆਏ ਤੇ ਮੇਰੇ ਜਥੇ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਨੇ ਖਿਰਪਦਾਰੀ ਦਿੱਤੀ। ਮੈਂ ਮਹਿਸੂਸ ਕਰਦਾ ਕਿ ਅੱਜ ਤੱਕ ਜਿਹੜਾ ਮੇਰਾ ਜੀਵਨ ਹੈ, ਜੋ ਮੈਨੂੰ ਮਿਲਿਆ, ਸਤਿਗੁਰੂ ਕਿਰਪਾ ਕਰੇ ਉਹਨਾਂ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ ਮਿਲਿਆ। ਔਰ ਮੈਂ ਢੀਂਡਸਾ ਸਾਹਿਬ ਤੋਂ ਇੱਕੋ ਚੀਜ਼ ਸਿੱਖੀ ਹੈ ਕਿ ਆਪਣੇ ਜੀਵਨ ਨੂੰ ਕਦਰਾਂ ਕੀਮਤਾਂ ਉੱਤੇ ਰਹਿੰਦੇ ਹੋਏ ਵੱਡੀਆਂ ਸੇਵਾਵਾਂ ਢੀਂਡਸਾ ਸਾਹਿਬ ਨੇ ਦਿੱਤੀਆਂ। ਮੈਂ ਉੱਧਰ ਜਾਣਾ ਨਹੀਂ ਚਾਹੁੰਦਾ, ਪਰ ਮੈਂ ਯਕੀਨ ਦਿਵਾਉਣਾ ਤੁਹਾਡੇ ਚਰਨਾਂ ਨਾਲ ਜੁੜ ਕੇ, ਕੱਲੇ ਕੱਲੇ ਪਿੰਡ ਵਿੱਚ ਪਹੁੰਚ ਕੇ, ਸਰਕਲ ਲੈਵਲ ਤੇ ਮੈਂ ਦਰਵਾਜ਼ੀਆਂ ਇੱਕ ਹਫ਼ਤੇ ਦੇ ਵਿੱਚ ਸਾਰੇ ਜ਼ਿਲ੍ਹੇ ਦੀ 5 ਹਲਕਿਆਂ ਦੀ ਜਥੇਬੰਦੀ ਸਰਕਲਾਂ ਦੀ ਚੋਣ ਹੈ ਜਿਹੜੀ ਉਹ ਮੁਕੰਮਲ ਹੋ ਚੁੱਕੀ ਹੈ। ਅਸੀਂ 30 ਅਪ੍ਰੈਲ ਤੱਕ ਸਾਰੇ ਜ਼ਿਲ੍ਹੇ ਦੀ ਜਥੇਬੰਦੀ ਹੈ ਜਿਹੜੀ ਉਹ ਅਨਾਉਂਸ ਕਰ ਦੇਣੀ ਹੈ। ਉਸ ਤੋਂ ਬਾਅਦ ਹਲਕਿਆਂ ਵਿੱਚ ਸਰਗਰਮੀਆਂ, ਹਲਕਿਆਂ ਦੇ ਜੋ ਢੀਂਡਸਾ ਸਾਹਿਬ ਦੀ ਅਗਵਾਈ ਹੇਠਾਂ ਪ੍ਰੋਗਰਾਮ ਹੋਣਗੇ, ਜੋ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਨੂੰ ਮਜ਼ਬੂਤ ਕਰਨ ਦੇ ਲਈ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ, ਜੋ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ ਪੰਜਾਬ ਅਤੇ ਸੀ ਪੰਥ ਤੇ ਸੀ ਪਾਰਟੀਆਂ ਤੇ ਆਗੂਆਂ ਨੂੰ ਇੱਕ ਸੱਦਾ ਦਿੱਤਾ, ਇੱਕ ਹੋਕਾ ਦਿੱਤਾ ਕਿ ਆਓ ਇਕੱਠੇ ਹੋ ਕੇ ਇਹਨਾਂ ਰਵਾਇਤੀ ਪਾਰਟੀਆਂ ਦੇ ਜੂਏ ਨੂੰ ਪੰਜਾਬ ਦੇ ਲੋਕਾਂ ਦੇ ਗਲੋਂ ਲਾਉਣ ਲਈ ਇਕੱਠੇ ਹੋ ਕੇ ਇੱਕ ਸਾਂਝੀ ਸੋਚ ਵਾਲਾ, ਸਾਂਝੇ ਸਿਧਾਂਤ ਵਾਲਾ, ਇੱਕ ਇਮਾਨਦਾਰ ਸਰਕਾਰ ਵਾਲਾ, ਨਵੇਂ ਪੰਜਾਬ ਦੀ ਸਿਰਜਣਾ ਵਾਲਾ ਇੱਕ ਸਾਂਝਾ ਮਹਾਜ ਬਣਾਈਏ। ਉਹਦੇ ਲਈ ਵੱਡੇ ਪੱਧਰ ਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੀ ਭੂਮਿਕਾ ਨੂੰ ਦੇਖਦੇ ਹੋਏ ਵੱਡੇ ਪੱਧਰ ਤੇ ਪੰਜਾਬ ਦੀਆਂ ਵੱਡੇ ਆਗੂਆਂ ਨੇ ਵੱਡੀਆਂ ਸਾਂਝਾਂ ਪੈਦਾ ਕਰਕੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਵੱਡੀਆਂ ਚਰਚਾਵਾਂ ਹੋ ਰਹੀਆਂ ਨੇ, ਜਿਨ੍ਹਾਂ ਦੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਦੇਖੋਗੇ। ਇਸ ਲਈ ਮੇਰੀ ਤੁਹਾਡੇ ਚਰਨਾਂ ਵਿੱਚ ਬੇਨਤੀ ਆ ਕਿ ਆਓ ਸਾਰੇ ਤਕੜੇ ਹੋ ਕੇ 2022 ਦੀਆਂ ਚੋਣਾਂ ਵਿੱਚ ਆਪਣੀ ਸਰਕਾਰ ਬਣਾਈਏ। ਉਹਦੇ ਨਾਲ ਦੀ ਨਾਲ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੇ ਹੱਥ ਮਜ਼ਬੂਤ ਕਰੀਏ। ਇੰਨੀਆਂ ਕੁ ਬੇਨਤੀਆਂ ਕਰਦਾ ਹੈ ਕਿ ਮੇਰਾ ਜਾਜਕਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।